28 ਤਰੀਕ ਨੂੰ 32 ਸ਼ਾਹਕੋਟ ਦੀ ਜਿਮਨੀ ਚੋਣ ਹੋਣ ਜਾ ਰਹੀ ਹੈ ਜੀ। ਇਸ ਚੋਣਾਂ ਦੇ ਸਬੰਧ ਦੇ ਵਿੱਚ ਅੱਜ ਅਬਜ਼ਰਵਰ ਸਾਹਿਬ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਸੀ। ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਹਦਾਇਤਾਂ ਨੇ, ਵੋਟਾਂ ਖਤਮ ਹੋਣ ਤੋਂ 48 ਘੰਟੇ ਪਹਿਲਾਂ ਭਾਵ 26 ਤਰੀਕ ਨੂੰ ਸ਼ਾਮ 6 ਵਜੇ ਤੋਂ ਬਾਅਦ ਜਿਹੜਾ ਖੁੱਲ੍ਹਾ ਪ੍ਰਚਾਰ ਹੈ ਉਸ 'ਤੇ ਬਿਲਕੁਲ ਮਨਾਹੀ ਹੈਗੀ ਹੈ। ਔਰ ਇਸ ਦੇ ਨਾਲੋਂ ਨਾਲ 26 ਤਰੀਕ ਨੂੰ ਸ਼ਾਮ 6 ਵਜੇ ਤੋਂ ਬਾਅਦ ਸ਼ਾਹਕੋਟ ਅਸੈਂਬਲੀ ਕੌਂਸਟੀਚੁਐਂਸੀ ਭਾਵ ਹਲਕੇ ਤੋਂ ਬਾਹਰ ਦਾ ਕੋਈ ਵੀ ਵਿਅਕਤੀ ਹਲਕੇ ਦੇ ਵਿੱਚ ਮੌਜੂਦ ਨਹੀਂ ਰਹਿ ਸਕੇਗਾ। ਜੇਕਰ ਕੋਈ ਵਿਅਕਤੀ ਜਿਹਦੀ ਕਿ ਸ਼ਾਹਕੋਟ ਹਲਕੇ ਦੇ ਵਿੱਚ ਵੋਟ ਨਹੀਂ ਹੈ ਉੱਥੇ ਹਾਜ਼ਰ ਰਹਿੰਦਾ ਹੈ ਤਾਂ ਉਹਦੇ ਵਿਰੁੱਧ ਜਿਹੜੀ ਹੈਗੀ ਇਲੈਕਸ਼ਨ ਲਾਅ ਦੇ ਤਹਿਤ FIR ਦਰਜ ਸਾਨੂੰ ਮਜਬੂਰਨ ਕਰਨੀ ਪਏਗੀ। ਤੁਹਾਡੇ ਰਾਹੀਂ ਸਾਰੀਆਂ ਪੋਲੀਟੀਕਲ ਪਾਰਟੀ, ਸਾਰੇ ਕੈਂਡੀਡੇਟਸ ਨੂੰ ਮੇਰੀ ਬੇਨਤੀ ਹੈ ਕਿ ਜਿਹੜੇ ਵੀ ਉਹਨਾਂ ਦੇ ਸਟਾਰ ਕੈਂਪੇਨਰ ਤੇ ਬਾਹਰੋਂ ਉਹਨਾਂ ਦੇ ਸਮਰਥਕ ਆਏ ਹਨ ਉਹ ਜਿਹੜਾ ਹੈਗਾ 26 ਤਰੀਕ ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਹਲਕੇ ਤੋਂ ਬਾਹਰ ਚਲੇ ਜਾਣ। ਇਸ 'ਚ ਮੈਂ ਇੱਕ ਗੱਲ ਹੋਰ ਸਪਸ਼ਟ ਕਰ ਦੇਵਾਂ, ਈਵਨ ਉਹ ਵਿਅਕਤੀ ਜਿਹੜੇ ਕਿ ਖੁੱਲ੍ਹਾ ਪ੍ਰਚਾਰ ਨਹੀਂ ਕਰ ਰਹੇ ਪਰ ਹਲਕੇ ਤੋਂ ਬਾਹਰ ਨੇ, ਉਹ ਆਪਦੇ ਕਿਸੇ ਰਿਸ਼ਤੇਦਾਰ ਦੇ ਘਰ, ਕਿਸੇ ਹੋਟਲ, ਸਰਾਂ ਜਾਂ ਕਿਸੇ ਮੈਰਿਜ ਪੈਲੇਸ ਕਿਤੇ ਵੀ ਹਲਕੇ 'ਚ ਨਹੀਂ ਰਹਿ ਸਕਦੇ। ਉਹਨਾਂ ਲਈ ਉਸ 48 ਘੰਟੇ ਦੌਰਾਨ ਹਲਕੇ ਤੋਂ ਬਾਹਰ ਜਾਣਾ ਲਾਜ਼ਮ ਹੈਗਾ। ਇਸ ਤੋਂ ਇਲਾਵਾ ਅਸੀਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਹੈਗੇ ਨੇ। 236 ਦੇ 36 ਬੂਥ ਜਿਹੜੇ ਹੈਗੇ ਨੇ ਉਹਨਾਂ 'ਚ ਇੱਕ ਸੁਰੱਖਿਆ ਪ੍ਰਬੰਧ ਭਾਵ ਉੱਥੇ ਜਾਂ ਤਾਂ BSF ਦੀ ਫੋਰਸ ਲੱਗੇਗੀ ਜਾਂ ਉੱਥੇ ਵੈਬ ਕੈਮਰਾ ਹੀ ਡਾਇਰੈਕਟ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਜਾਂ ਉੱਥੇ ਅਬਜ਼ਰਵਰ ਸਾਹਿਬ ਦੀ ਸਿੱਧੀ ਨਿਗਰਾਨੀ ਹੇਠ ਮਾਈਕਰੋ ਅਬਜ਼ਰਵਰ ਜਿਹੜੇ ਹੈਗੇ ਆ ਉਹ ਲਗਾਏ ਗਏ ਨੇ ਔਰ ਇਹਨਾਂ ਦੀ ਪੂਰੀ ਪੈਨੀ ਨਜ਼ਰ ਰਹੇਗੀ। ਪੂਰੀ ਪ੍ਰਕਿਰਿਆ ਜਿਹੜੀ ਹੈਗੀ ਆ ਉਹਨੂੰ ਸ਼ਾਂਤੀਪੂਰਨ ਤਰੀਕੇ ਨਾਲ ਕੀਤਾ ਜਾਏਗਾ। ਕੁੱਲ 2000 ਸਿਵਲ ਮੁਲਾਜ਼ਮ ਤੇ 2000 ਸੁਰੱਖਿਆ ਮੁਲਾਜ਼ਮ ਜਿਹੜੇ ਹੈਗੇ ਆ ਇਸ ਪੂਰੀ ਪ੍ਰਕਿਰਿਆ ਦੇ ਦੌਰਾਨ ਲਾਏ ਗਏ ਨੇ। ਇਸ ਦੇ ਲਈ ਜਿਹੜੀਆਂ EVMs ਮਸ਼ੀਨਸ ਨੇ ਉਹ ਪੂਰੀਆਂ ਤਿਆਰ ਕਰ ਲਈਆਂ ਗਈਆਂ ਨੇ। ਨਾ ਸਿਰਫ ਉਹ ਬਲਕਿ ਉਹਦੇ ਨਾਲ 20% ਅਸੀਂ ਆਪਦੇ ਕੋਲ ਰਿਜ਼ਰਵ ਰੱਖਿਆ। ਉਸ ਪੂਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ 28 ਤਰੀਕ ਸ਼ਾਮ ਨੂੰ ਹੀ ਜਿਹੜੀਆਂ ਪੋਲਡ EVMs ਹਨ ਉਹਨਾਂ ਨੂੰ DLR ਆਫਿਸ ਜਲੰਧਰ ਵਿਖੇ ਪੂਰੀ ਸੁਰੱਖਿਆ ਹੇਠ ਲਿਆਂਦਾ ਜਾਵੇਗਾ। ਇਸ ਸਮੇਂ ਦੌਰਾਨ ਜਿਹੜੇ ਉਮੀਦਵਾਰ ਨੇ ਉਹ ਨਾਲ ਅਕੰਪਨੀ ਕਰ ਸਕਦੇ ਨੇ ਔਰ 2 ਦਿਨ ਸਟੋਰੇਜ ਰੱਖਣ ਤੋਂ ਬਾਅਦ 31 ਤਰੀਕ ਸਵੇਰੇ 8 ਵਜੇ ਜਿਹੜੀ DLR ਦਫ਼ਤਰ ਵਿਖੇ ਕਾਊਂਟਿੰਗ ਕੀਤੀ ਜਾਵੇਗੀ। ਕਾਊਂਟਿੰਗ ਏਜੰਟ ਔਰ ਕੈਂਡੀਡੇਟਸ ਇਹਨਾਂ ਦੀ ਐਂਟਰੀ ਜਿਹੜੀ ਹੈਗੀ ਹੈ ਪਹਿਚਾਣ ਪੱਤਰ ਦੇ ਨਾਲ ਜੋ ਕਿ RO ਆਫਿਸ ਤੋਂ ਲੈ ਸਕਦੇ ਨੇ। 31 ਤਰੀਕ ਨੂੰ ਕਾਊਂਟਿੰਗ ਤੋਂ ਪਹਿਲਾਂ ਸਵੇਰੇ 6 ਵਜੇ ਸ਼ੁਰੂ ਹੋ ਜਾਏਗੀ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਆ ਕੇ ਆਪਦੀ ਜਿਹੜੀ ਪਾਰਕਿੰਗ ਹੈਗੀ ਹੈ ਸਪੋਰਟਸ ਕਾਲਜ ਵਾਲੇ ਪਾਸਿਓਂ ਕਰਦੇ ਹੋਏ ਉਹਨਾਂ ਨੇ ਐਂਟਰੀ ਕਰਨੀ ਹੈ। DLR ਆਫਿਸ ਦਾ ਮੇਨ ਗੇਟ ਕੇਵਲ ਮੀਡੀਆ, ਰਿਟਰਨਿੰਗ ਆਫਿਸਰ ਤੇ ਡਿਸਟ੍ਰਿਕਟ ਇਲੈਕਸ਼ਨ ਆਫਿਸਰ ਸਿਰਫ ਇਹਨਾਂ ਤੇ ਅਬਜ਼ਰਵਰ ਸਾਹਿਬ ਲਈ ਹੀ ਖੁੱਲ੍ਹਾ ਹੋਵੇਗਾ। ਜਿਹੜੇ ਬਾਕੀ ਦੇ ਕੋਈ ਪੋਲਿੰਗ ਜਾਂ ਕਾਊਂਟਿੰਗ ਏਜੰਟ ਜਾਂ ਜਿਹੜੇ ਕੈਂਡੀਡੇਟ ਹੈਗੇ ਨੇ ਔਰ ਜਿਹੜੇ ਕਾਊਂਟਿੰਗ ਦੇ ਮੁਲਾਜ਼ਮ ਨੇ ਉਹਨਾਂ ਸਾਰਿਆਂ ਦੀ ਐਂਟਰੀ ਜਿਹੜੀ ਹੈਗੀ ਹੈ ਸਪੋਰਟਸ ਕਾਲਜ ਵਾਲੇ ਪਾਸਿਓਂ ਹੋਏਗੀ। ਦੇਖੋ 126 ਜਿਹੜੀ ਧਾਰਾ ਹੈਗੀ ਹੈ 1951 ਦਾ ਜਿਹੜਾ ਪੀਪਲ ਰਿਪਰੈਜ਼ੈਂਟੇਸ਼ਨ ਐਕਟ ਹੈਗਾ ਉਸ ਦੇ ਤਹਿਤ ਜਿਹੜੀ ਹੈਗੀ FIR ਦਰਜ ਕੀਤੀ ਜਾਵੇਗੀ ਜੇਕਰ ਲਾਸਟ 48 ਘੰਟਿਆਂ ਦੇ ਦੌਰਾਨ ਹਲਕੇ ਤੋਂ ਬਾਹਰ ਦਾ ਕੋਈ ਵੀ ਵਿਅਕਤੀ ਹਲਕੇ ਦੇ ਵਿੱਚ ਪਾਇਆ ਜਾਂਦਾ ਹੈ। ਸਰ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਇਲੈਕਸ਼ਨ ਦੇ ਜਿਹੜੀ ਲਿਕਰ ਦੀ ਡਿਸਟ੍ਰੀਬਿਊਸ਼ਨ ਹੁੰਦੀ ਆ ਆਫਟਰ ਹਨੇਰਾ ਪੈਣ ਤੋਂ ਜਾਂ ਆਫਟਰ ਸਨਡਾਊਨ ਹੋਣ ਤੋਂ ਬਾਅਦ ਹੀ ਹੁੰਦੀ ਹੈ। ਉਸ ਦੇ ਲਈ ਕੀ ਪ੍ਰਬੰਧ ਹੈ? ਦੇਖੋ ਐਕਸਾਈਜ਼ ਮਹਿਕਮੇ ਨੇ ਆਲਰੇਡੀ ਆਪਣੀਆਂ ਜਿਹੜੀਆਂ ਮੋਬਾਈਲ ਟੀਮਸ ਬਣਾਈਆਂ ਹੋਈਆਂ ਨੇ ਉਹ ਚੈਕਿੰਗ ਕਰ ਰਹੀਆਂ ਨੇ। ਇਸ ਤੋਂ ਇਲਾਵਾ ਸਾਡੀਆਂ ਸਟੈਟਿਕ ਸਰਵੇਲੈਂਸ ਟੀਮਸ ਰਾਊਂਡ ਦਾ ਕਲੌਕ 24 ਘੰਟੇ ਕੰਮ ਕਰ ਰਹੀਆਂ ਨੇ। ਫਲਾਈਂਗ ਸਕੁਐਡ ਟੀਮਸ ਭਾਵ ਛਾਪਾਮਾਰ ਟੀਮਾਂ ਉਹ ਵੀ ਹੈਗੀਆਂ ਨੇ। ਇਸ ਤੋਂ ਇਲਾਵਾ ਅਸੀਂ ਮੋਬਾਈਲ ਪੈਟਰੋਲਿੰਗ ਜਿਹੜੀਆਂ ਟੀਮਸ ਨੇ ਉਹ ਵੀ ਲਗਾ ਰਹੇ ਹਾਂ। ਅਬਜ਼ਰਵਰ ਸਾਹਿਬ ਨੇ ਇਸ ਗੱਲ ਦੀ ਆਗਿਆ ਆਲਰੇਡੀ ਸਾਨੂੰ ਦਿੱਤੀ ਹੈ। ਮੋਬਾਈਲ ਟੀਮਸ ਗਜ਼ਟਡ ਆਫਿਸਰਸ ਦੀ ਅਗਵਾਈ ਹੇਠ ਜਿਹੜੀਆਂ ਕੰਮ ਕਰ ਰਹੀਆਂ ਹੋਣਗੀਆਂ ਤੇ 21 ਜਿਹੜੇ ਸਾਡੇ ਸੈਕਟਰ ਆਫਿਸਰਸ ਨੇ ਉਹਨਾਂ ਨੂੰ ਵੀ ਐਗਜ਼ੈਕਟਿਵ ਮੈਜਿਸਟ੍ਰੇਟਸ ਦੀਆਂ ਪਾਵਰਸ ਜਿਹੜੀਆਂ ਹੈਗੀਆਂ ਸਟੇਟ ਗਵਰਨਮੈਂਟ ਵੱਲੋਂ ਕਨਫਰ ਕਰ ਦਿੱਤੀਆਂ ਗਈਆਂ ਨੇ। ਤਾਂ ਪੂਰੇ ਪ੍ਰਬੰਧ ਸਾਡੇ ਵੱਲੋਂ ਕੀਤੇ ਗਏ ਨੇ ਤੇ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰ ਜਿਹੜੇ ਹਨ ਉਹਨਾਂ ਨੂੰ ਸਿਰ ਚੁੱਕਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਸਾਡੇ ਟੋਟਲ ਜਿਹੜੇ ਹੈਗੇ ਹੈ ਇਸ ਵਾਰੀ ਸੈਂਸਿਟੀਵਿਟੀ ਦੀ ਬਜਾਏ ਜਿਹੜਾ ਕਨਸੈਪਟ ਹੈਗਾ ਵਲਨਰੇਬਿਲਟੀ ਦਾ ਹੈਗਾ। 54 ਜਿਹੜੇ ਬੂਥ ਨੇ ਉਹਨਾਂ ਨੂੰ ਵਲਨਰੇਬਲ ਘੋਸ਼ਿਤ ਕੀਤਾ ਗਿਆ ਹੈ। ਵਲਨਰੇਬਲ ਦੇ ਵਿੱਚ ਇਕੱਲਾ ਇਹ ਖਤਰਾ ਨਹੀਂ ਹੈ ਕਿ ਉੱਥੇ ਲੋਕਾਂ ਨੂੰ ਰੋਕਿਆ ਜਾਊਗਾ ਬਲਕਿ ਇਹ ਵੀ ਹੈ ਕਿ ਉੱਥੇ ਲੋਭ ਲਾਲਚ ਦਿੱਤਾ ਜਾ ਸਕਦਾ ਹੈਗਾ। ਇਹ ਜਿਹੜੇ ਵਲਨਰੇਬਲ ਬੂਥ ਹੈਗੇ ਨੇ ਇੱਥੇ ਅਸੀਂ CPMF ਭਾਵ ਪੈਰਾਮਿਲਟਰੀ ਫੋਰਸ ਜਿਹੜੀ ਹੈਗੀ ਹੈ ਉਹਨਾਂ ਦੀ ਨਿਯੁਕਤੀ ਕੀਤੀ ਹੈਗੀ ਹੈ। ਸਰ ਜਿਹੜੇ ਵਲਨਰੇਬਲ ਬੂਥ ਹੈਗੇ ਨੇ ਮੈਂ ਬਾਹਰ ਕਰਕੇ ਬਾਹਰ ਹੀ ਖੜਿਆ। ਠੀਕ ਹੈ। ਵਲਨਰੇਬਲ ਬੂਥ ਦੇ ਕੀ ਸੁਰੱਖਿਆ ਦੀ ਮੰਗ ਹੈ? ਦੇਖੋ ਅਸੀਂ ਜਿਹੜੀ ਸਿਕਿਉਰਿਟੀ ਡਿਪਲੋਇਮੈਂਟ ਪਲਾਨ ਹੈ ਬੜੀ ਡਿਟੇਲ ਡਿਸਕਸ ਕੀਤੀ ਹੈ ਔਰ ECI ਦੀ ਇਨਸਟਰਕਸ਼ਨਸ ਮੁਤਾਬਕ ਹੀ ਸਾਰਾ ਫਾਈਨਲਾਈਜ਼ ਕਰ ਰਹੇ ਹਾਂ ਅਬਜ਼ਰਵਰ ਸਾਹਿਬ ਦੇ ਨਾਲ ਬੈਠ ਕੇ। ਉਹਦੇ ਚ ਬੇਸਿਕਲੀ ਸਾਰੇ ਏਰੀਏ ਨੂੰ ਅਸੀਂ ਡਿਵਾਈਡ ਕੀਤਾ ਜਿਵੇਂ ਸੈਕਟਰ ਆਫਿਸਰਸ ਨੇ ਉਹਨਾਂ ਨਾਲ ਪੈਟਰੋਲਿੰਗ ਪਾਰਟੀਆਂ ਸਿੰਕਰੋਨਾਈਜ਼ ਕੀਤੀਆਂ ਔਰ 21 ਪੈਟਰੋਲਿੰਗ ਪਾਰਟੀਆਂ ਪੁਲਿਸ ਦੇ ਸਿਆਣੇ ਪੁਲਿਸ ਅਫਸਰ ਦੀ ਅਗਵਾਈ 'ਚ ਔਰ ਸਫੀਸ਼ੀਐਂਟ ਫੋਰਸ ਨਾਲ ਉੱਥੇ ਉਸ ਏਰੀਏ 'ਚ ਘੁੰਮਣਗੀਆਂ ਜਿਹਦੇ ਕੋਲ ਤਕਰੀਬਨ 10 ਪੋਲਿੰਗ ਲੋਕੇਸ਼ਨਸ ਆਉਂਦੀਆਂ 10 ਤੋਂ 12। ਇਸ ਤੋਂ ਇਲਾਵਾ ਵਰਨੇਬਿਲਿਟੀ ਜਿਹੜੀ ਹੈ ਉਹ
ਸਿਵਲ ਤੇ ਪੁਲਿਸ ਨੇ ਬੈਠ ਕੇ ਔਰ ਉਹਦਾ ਪਿਛੋਕੜ ਦੇਖ ਕੇ 96 ਜਿਹੜੀਆਂ ਲੋਕੇਸ਼ਨਸ ਉਹਨਾਂ ਨੂੰ ਵਰਨੇਬਲ ਅਸੀਂ ਡਿਕਲੇਅਰ ਕੀਤਾ, ਜਿਸ ਤੇ ਅਸੀਂ ਪੈਰਾਮਿਲਟਰੀ ਫੋਰਸ ਲਾ ਰਹੇ ਹਾਂ। ਔਰ ਉਸ ਤੋਂ ਇਲਾਵਾ ਜਿਹੜੇ ਵਰਨੇਬਲ ਬੂਥਸ ਨੇ ਉਹਨਾਂ ਤੇ ਕਈਆਂ ਤੇ ਮਾਈਕਰੋ ਆਬਜ਼ਰਵਰ ਤੇ ਜਿਹੜੇ ਵੈਬਕਾਸਟਿੰਗ ਦਾ ਵੀ ਪ੍ਰਬੰਧ ਹੈਗਾ ਸਿਵਲ ਪ੍ਰਸ਼ਾਸਨ ਵੱਲੋਂ। ਇਸ ਤੋਂ ਇਲਾਵਾ ਸਿਕਿਉਰਿਟੀ ਨੂੰ ਦੇਖਣ ਵਾਸਤੇ ਅਸੀਂ ਉਹ ਜਿਹੜਾ ਆਬਜ਼ਰਵਰ ਸਾਹਿਬ ਨਾਲ ਤੇ ਅੱਜ ਪੋਲੀਟੀਕਲ ਪਾਰਟੀਆਂ ਨਾਲ ਵੀ ਗੱਲ ਕੀਤੀ, ਉਹਦੇ 'ਚ ਅਸੀਂ ਆਪਣੇ ਫਲਾਈਂਗ ਸਕੁਆਡ, ਸਟੈਟਿਕ ਸਰਵੇਲੈਂਸ ਟੀਮਾਂ ਔਰ ਨਾਕੇ ਜਿਹੜੇ ਹੈ ਔਰ ਗਜ਼ਟਡ ਅਫਸਰਸ ਦੀ ਰਹਿਨੁਮਾਈ ਦੇ ਵਿੱਚ ਸਪੈਸ਼ਲ ਸਾਡੀਆਂ ਰਿਜ਼ਰਵਸ ਤੇ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਲੀਆਂ ਟੀਮਾਂ ਜਿਹੜੀਆਂ ਉੱਥੇ ਹਾਜ਼ਰ ਰਹਿਣਗੀਆਂ। ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਲਾਸਟ 48 ਘੰਟੇ ਦੇ ਵਿੱਚ ਜਦੋਂ ਸਟੈਟਿਕ ਟੀਮਾਂ ਤੇ ਹੋਰ ਚੀਜ਼ਾਂ ਬੰਦ ਹੋ ਜਾਂਦੀਆਂ ਤਾਂ ਲੋਕਾਂ ਨੂੰ ਇਹ ਲੱਗਦਾ ਕਿ ਪੁਲਿਸ ਘਟ ਗਈ ਹੈ। ਅਸੀਂ ਉਹ ਸਾਰਾ ਪ੍ਰਬੰਧ ਨਾਕੇ ਔਰ ਪੈਟਰੋਲਿੰਗ ਔਰ ਚੈਕਿੰਗ ਔਰ ਫਲਾਈਂਗ ਸਕੁਆਡ ਜਿਹੜੇ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਮੁਤਾਬਕ ਬਣੇ ਨੇ ਔਰ ਸਟੈਟਿਕ ਸਰਵੇਲੈਂਸ ਟੀਮ ਜਿਹਨਾਂ ਸਿਵਲ ਤੇ ਪੁਲਿਸ ਵਾਲੇ ਦੋਨੋਂ ਅਧਿਕਾਰੀ ਸ਼ਾਮਲ ਹੁੰਦੇ ਨੇ, ਇਹ ਸਾਰੀਆਂ ਰਾਊਂਡ ਦੀ ਕਲੌਕ ਉਸ ਤਰ੍ਹਾਂ ਹੀ ਕੰਮ ਕਰਨੀ ਹੈ ਸੋ ਦੈਟ ਫ੍ਰੀ ਤੇ ਫੇਅਰ ਪੋਲ ਅਸੀਂ ਇਨਸ਼ੋਰ ਕਰੀਏ।